ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਵਾਹਿਗੁਰੂ ਸਾਹਿਬ ਜੀ। ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇਂ ਜਿਉ। ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇਂ ਜਿਉ। ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਮਿਹਰਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸਤਿਗੁਰੂ ਦੀ ਬਾਣੀ ਦਾ ਓਟ ਆਸਰਾ ਲੈਣ ਦੇ ਲਈ, ਗੁਰੂ ਦੀ ਬਾਣੀ ਨੂੰ ਹਿਰਦੇ ਦੇ ਵਿੱਚ ਵਸਾਉਣ ਦੇ ਲਈ, ਸਿੱਖਿਆ ਨੂੰ ਸਮਝਣ ਦੇ ਲਈ ਆਪ ਸੰਗਤਾਂ ਰੋਜ਼ਾਨਾ ਹੀ ਆਪਣੇ ਘਰਾਂ ਦੇ ਅੰਦਰ ਬੈਠ ਕੇ ਗੁਰੂ ਸਤਿਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਇੱਕ ਬਾਣੀ ਚੈਨਲ ਦੇ ਰਾਹੀਂ ਸਮੁੱਚੇ ਪ੍ਰਬੰਧਕਾਂ ਦੇ ਉਦਮ ਉਪਰਾਲੇ ਸਦਕਾ ਵੱਖ-ਵੱਖ ਗੁਰਮੁਖ ਪਿਆਰਿਆਂ ਪਾਸੋਂ ਰੋਜ਼ਾਨਾ ਹੀ ਸਤਿਗੁਰੂ ਦੀਆਂ ਬਾਣੀਆਂ ਕਹਾਣੀਆਂ ਨੂੰ ਸਮਝਣ ਦੇ ਲਈ, ਸਿੱਖਿਆ ਨੂੰ ਸਮਝਣ ਦੇ ਲਈ ਇਹ ਉਦਮ ਉਪਰਾਲਾ ਜਿਹੜਾ ਏ ਆਪ ਘਰਾਂ ਦੇ ਵਿੱਚ ਬੈਠ ਕੇ ਸਤਿਗੁਰੂ ਦੀ ਸਿੱਖਿਆ ਨੂੰ ਸਮਝਦੇ ਹੋ। ਸਾਰੀ ਹੀ ਸੰਗਤ ਅਸੀਸ ਬਖਸ਼ੋ, ਹਾਜ਼ਰੀ ਲਵਾਓ, ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਜੀ ਨੇ ਮਨੁੱਖ ਨੂੰ ਸੰਸਾਰ ਦੇ ਵਿੱਚ ਭੇਜਿਆ। ਮਨੁੱਖ ਸੰਸਾਰ ਦੇ ਵਿੱਚ ਆ ਕੇ ਉਸ ਵਾਹਿਗੁਰੂ ਨੂੰ, ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਜਾਂ ਸੁੱਖ ਪ੍ਰਾਪਤ ਕਰਨ ਦੇ ਲਈ ਮਨੁੱਖ ਕਈ ਵਾਰੀ ਗੁਰਮਤਿ ਦੇ ਸਿਧਾਂਤਾਂ ਤੋਂ ਤਿਲਕਣਬਾਜ਼ੀ ਦੇ ਵਿੱਚ ਤਿਲਕ ਜਾਂਦਾ। ਜੀਵਨ ਇਹਦਾ ਜਿਹੜਾ ਏ ਉਹ ਆਸੇ-ਪਾਸੇ ਹੋ ਜਾਂਦਾ ਹੈ। ਅੱਜ ਦਾ ਜਿਹੜਾ ਆਪਾਂ ਸ਼ਲੋਕ ਲਿਆ ਹੈ, ਇੱਕ ਸ਼ਲੋਕ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ, ਜਦੋਂ ਉਹਨਾਂ ਦੇ ਸ਼ਲੋਕ ਸ਼ੁਰੂ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ, 3 ਨੰਬਰ ਸ਼ਲੋਕ ਹੈ। ਔਰ ਇਸ ਸ਼ਲੋਕ ਦੇ ਵਿੱਚ 2 ਗੱਲਾਂ ਦਾ ਜ਼ਿਕਰ ਕੀਤਾ। ਇੱਕ ਪਾਸੇ ਕਹਿੰਦੇ ਨੇ ਕਿ ਵਾਹਿਗੁਰੂ ਦਾ ਪੱਲਾ ਫੜ ਮਨੁੱਖ, ਪਰਮਾਤਮਾ ਦਾ ਪੱਲਾ ਫੜ, ਉਹ ਮਾਲਕ ਹੈ। ਦੂਸਰੀ ਗੱਲ ਵੀ ਤੂੰ ਆਪਣੀ ਜਿੰਦ ਨੂੰ, ਆਪਣੀ ਜੀ ਨੂੰ ਕਿਤੇ ਡੁਲਾ ਨਾ, ਆਸੇ ਪਾਸੇ ਭਟਕ ਨਾ,
ਭਰੋਸਾ ਰੱਖ, ਵਿਸ਼ਵਾਸ ਰੱਖ ਉਸ ਵਾਹਿਗੁਰੂ ਦੇ ਉੱਤੇ। ਇਸ ਸ਼ਲੋਕ ਦੇ ਵਿੱਚ ਇਹ ਦੋ ਅਹਿਮ ਗੱਲਾਂ ਨੇ। ਸਤਿਗੁਰੂ ਕਿਰਪਾ ਕਰਨ, ਇਹਨਾਂ ਦੋਨਾਂ ਗੱਲਾਂ ਬਾਰੇ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚੋਂ ਅਤੇ ਸਿੱਖ ਇਤਿਹਾਸ ਦੇ ਵਿੱਚੋਂ ਦਰਸ਼ਨ ਕਰਨੇ ਨੇ, ਕਿਉਂਕਿ ਮਨੁੱਖੀ ਮਨ ਅੱਜ ਬਹੁਤ ਡੋਲਦਾ ਹੈ, ਛੇਤੀ ਡੋਲ ਜਾਂਦਾ। ਜੇ ਘਰ ਦੇ ਵਿੱਚ ਦੁੱਖ ਆਵੇ ਤਾਂ ਵੀ ਛੇਤੀ ਡੋਲ ਜਾਂਦਾ ਹੈ। ਜਦੋਂ ਘਰ 'ਚ ਬੇਅੰਤ ਸੁੱਖ ਹੁੰਦੇ ਨੇ, ਉਹਨਾਂ ਸੁੱਖਾਂ ਦੇ ਵਿੱਚ, ਹਉਮੈ ਦੇ ਵਿੱਚ ਇੰਨਾ ਕੁ ਗ੍ਰਸਤ ਹੋ ਜਾਂਦਾ ਤਾਂ ਵੀ ਡੋਲ ਗਿਆ। ਭਾਵ ਉਸ ਵਾਹਿਗੁਰੂ ਤੋਂ, ਪਰਮਾਤਮਾ ਤੋਂ ਜਾਂ ਗੁਰੂ ਦੀ ਸਿੱਖਿਆ ਤੋਂ ਮੂੰਹ ਮੋੜ ਲੈਂਦਾ, ਸੁੱਖ ਵੇਲੇ ਵੀ ਦੁੱਖ ਵੇਲੇ ਵੀ। ਸਤਿਗੁਰੂ ਨੇ ਇਹੀ ਇਸ ਸ਼ਲੋਕ ਦੇ ਵਿੱਚ ਸਮਝਾਇਆ। ਕਿਉਂਕਿ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਵਾਂਗੇ ਨਾ ਸਾਧ ਸੰਗਤ, ਸਤਿਗੁਰੂ ਦੀ ਸਿੱਖਿਆ ਨੂੰ ਸਮਝਾਂਗੇ, ਸੱਚੇ ਪਾਤਸ਼ਾਹ ਮਨੁੱਖ ਨੂੰ ਇੱਕ ਆਤਮਿਕ ਅਵਸਥਾ ਤੇ ਲੈ ਜਾਂਦੇ ਆ। ਗੁਰੂ ਪਾਤਸ਼ਾਹ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਸਤਿਗੁਰੂ ਉਹ ਹੈ ਜਿਸ ਨੂੰ ਮਿਲ ਕੇ ਆਨੰਦ ਦੀ ਅਵਸਥਾ ਤੇ ਮਨੁੱਖ ਪਹੁੰਚ ਜਾਵੇ। ਮਨ ਕੀ ਦੁਬਿਧਾ ਬਿਨ ਸਜਾਏ, ਦੁਬਿਧਾ, ਦਵੈਸ਼ ਭਾਵ, ਡੋਲਪੁਣਾ, ਇਹ ਮਿਟ ਜਾਣ। ਹਰ ਪਰਮ ਪਦ ਲਹੀਐ। ਪਰਮ ਪਦ ਦਾ ਅਰਥ ਹੁੰਦਾ ਹੈ ਉੱਚੀ ਅਵਸਥਾ, ਆਤਮਿਕ ਅਵਸਥਾ, ਜਿੱਥੇ ਬਹਿ ਕੇ ਸਿੱਖ ਡੋਲਦਾ ਨਹੀਂ ਏ, ਉਹਦਾ ਮਨ ਡੋਲਦਾ ਨਹੀਂ ਆ, ਤੇ ਉਹ ਗੁਰੂ ਨੂੰ ਪਿਆਰਾ, ਉਹ ਉਸ ਅਵਸਥਾ ਤੇ ਬੈਠ ਜਾਂਦਾ, ਜਿਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਕਹਿੰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਸ ਅਵਸਥਾ ਨੂੰ, ਜਿਹਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆ ਨਾ, ਇਸ ਅਵਸਥਾ ਨੂੰ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸੱਚਖੰਡ ਦੀ ਅਵਸਥਾ ਵੀ ਕਿਹਾ, ਤੁਰੀਆ ਅਵਸਥਾ ਵੀ ਕਿਹਾ, ਇਹਨੂੰ ਗੁਰਮੁਖਾਂ ਦੀ ਅਵਸਥਾ ਵੀ ਕਿਹਾ, ਇਹਨੂੰ ਬੇਗਮਪੁਰਾ ਭਗਤ ਰਵਿਦਾਸ ਸਾਹਿਬ ਨੇ ਕਿਹਾ। ਇਸ ਅਵਸਥਾ ਦਾ ਜ਼ਿਕਰ ਥਾਂ ਥਾਂ ਤੇ ਗੁਰਬਾਣੀ ਦੇ ਵਿੱਚ ਕੀਤਾ, ਜਦੋਂ ਸਿੱਖ ਵਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਇਸ ਸ਼ਲੋਕ ਦੇ ਪਹਿਲੇ ਬੰਦ ਦੇ ਵਿੱਚ ਬਚਨ ਕਰ ਰਹੇ ਨੇ, ਕਬੀਰ ਡਗਮਗ ਕਿਆ ਕਰੇ, ਕਹਾਂ ਡੁਲਾਵੇਂ ਜੀਓ। ਹੇ ਕਬੀਰ, ਸੁੱਖ ਦੀ ਖਾਤਰ, ਇਹ ਮਨੁੱਖ ਸੁੱਖ ਦੀ ਖਾਤਰ ਤੂੰ ਕਿਉਂ ਡੋਲਦਾ ਫਿਰਦਾ ਹੈ? ਕਹਾਂ ਡੁਲਾਵੇਂ, ਕਿੱਥੇ ਕਿੱਥੇ ਆਪਣੇ ਜਿੰਦ ਨੂੰ ਡੁਲਾ ਰਿਹਾ ਹੈ, ਜਕੋ ਤੱਕੇ ਕਰਦਾ ਹੈ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ, ਆਪਣੇ ਮਨ ਨੂੰ ਆਸੇ ਪਾਸੇ ਕਿਉਂ ਭਟਕਾ ਰਿਹਾ ਹੈ? ਤੇ ਅਗਲੀ ਪੰਕਤੀ ਚ ਕਹਿੰਦੇ, ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਇਹ ਸਾਰੇ ਸੁੱਖਾਂ ਦਾ ਮਾਲਕ ਹੈ। ਨਾਇਕੋ ਦਾ ਅਰਥ ਹੁੰਦਾ ਮਾਲਕ, ਪ੍ਰਮਾਤਮਾ ਆਪ ਹੀ ਦੇਣ ਜੋਗਾ ਹੈ। ਹੁਣ ਬਾਬਾ ਜੀ ਨੇ ਸਾਡੇ ਸਾਹਮਣੇ ਗੱਲ ਕਲੀਅਰ ਕਰ ਦਿੱਤੀ, ਮਨੁੱਖ ਤੂੰ ਕਿਉਂ ਡੋਲਦਾ ਪਿਆ ਹੈ, ਆਸੇ ਪਾਸੇ ਕਿਉਂ ਭਟਕਦਾ ਪਿਆ ਹੈ? ਬਾਬਾ ਜੀ ਪਾਵਨ ਬਾਣੀ ਦੇ ਵਿੱਚ ਬਚਨ ਕਰਦੇ ਨੇ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿਦ ਸਜਾਏ। ਮਨ ਪੰਛੀ ਦੀ ਤਰ੍ਹਾਂ ਬਣ ਗਿਆ, ਉੱਡ ਉੱਡ ਕੇ ਦਸਾਂ ਦਿਸ਼ਾਵਾਂ ਦੇ ਵਿੱਚ ਜਾ ਰਿਹਾ। ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਜਦੋਂ ਗੁਰੂ ਦੀ ਸਿੱਖਿਆ ਤੋਂ ਬੰਦਾ ਡੋਲ ਗਿਆ, ਸੁੱਖ ਲੱਭਣ ਲਈ ਇਹਨੇ ਥੋੜਾ ਜਿਹਾ ਅੱਗੇ ਪੈਰ ਪੁੱਟਿਆ ਤੇ ਇਹਨੇ ਸੰਸਾਰਿਕ ਪਦਾਰਥਾਂ ਦੇ ਵਿੱਚੋਂ ਸੁੱਖ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਮਨੁੱਖ ਨੇ। ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਨਹੀਂ ਹੋਇਆ। ਸੁੱਖ ਨਾਹੀਂ ਬਹੁਤੇ ਧਨ ਖਾਟੇ, ਇਹਨੇ ਨੱਚ ਟੱਪ ਕੇ ਸੁੱਖ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਸਤਿਗੁਰ ਕਹਿੰਦੇ ਉਹ ਵੀ ਨਹੀਂ ਮਿਲਿਆ। ਸੁੱਖ ਨਾਹੀਂ ਪੇਖੈ ਨਿਰਤ ਨਾਟੇ, ਇਹਨੇ ਘਰ ਛੱਡ ਕੇ ਵਿਦੇਸ਼ਾਂ 'ਚ ਜਾ ਕੇ ਸੁੱਖ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਸਤਿਗੁਰ ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੈ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਸੁੱਖ ਕਿੱਥੇ ਆ? ਸਰਬ ਸੁੱਖਾਂ ਹਰ ਹਰ ਗੁਣ ਗਾਏ। ਜਿਹੜੇ ਸਾਰੇ ਸੁੱਖ ਨੇ ਸਾਧ ਸੰਗਤ, ਉਹ ਵਾਹਿਗੁਰੂ ਦੇ ਗੁਣ ਗਾ ਕੇ ਆ। ਐਵੇਂ ਡੋਲ ਨਾ। ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਪ੍ਰਕਾਸ਼ ਪੁਰਬ ਆਪਾਂ ਮਨਾਇਆ। ਸਾਧ ਸੰਗਤ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਨੂੰ ਪੜ੍ਹਦੇ ਆ ਤੇ ਪਹਿਲਾ ਸ਼ਬਦ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਸ਼ੁਰੂ ਹੁੰਦਾ ਹੈ, ਉਹਦੇ ਵਿੱਚ ਰਹਾਉ ਵਾਲੇ ਬੰਦ ਨੂੰ ਛੱਡ ਕੇ ਬਾਕੀ 4 ਬੰਦਾਂ ਦੇ ਵਿੱਚ ਸ਼੍ਰੀ ਰਾਗ ਦਾ ਪਹਿਲਾ ਸ਼ਬਦ,
ਜਿਹੜਾ ਜ਼ਿਕਰ ਕੀਤਾ ਹੈ ਨਾ, ਉਹ ਸਾਰੇ ਆ ਦੁਨਿਆਵੀ ਸੁੱਖਾਂ ਦਾ ਜ਼ਿਕਰ ਕਰ ਦਿੱਤਾ ਵੀ ਮੇਰੇ ਕੋਲ ਰਾਜ ਭਾਗ ਹੋਵੇ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਮੇਰੇ ਕੋਲ ਮੋਤੀਆਂ ਨਾਲ ਜੜੇ ਹੋਏ ਮੰਦਰ ਹੋਣ, ਘਰ ਹੋਣ, ਰਤਨ ਲੱਗੇ ਹੋਣ, ਕੇਸਰ ਦਾ ਪੋਚਾ ਹੋਵੇ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਓ। ਤੇ ਸਤਿਗੁਰੂ ਕਹਿੰਦੇ ਮੈਂ ਪੁੱਗਿਆ ਹੋਇਆ ਸਿੱਧ ਬਣ ਜਾਵਾਂ, ਜੋਗੀ ਬਣ ਜਾਵਾਂ, ਰਿੱਧੀਆਂ ਸਿੱਧੀਆਂ ਮੇਰੇ ਕੋਲ ਹੋਣ। ਇਹ ਬੰਦੇ ਦੀ ਭੁੱਖ ਹੁੰਦੀ ਹੈ ਨਾ ਸਾਰੀਆਂ ਚੀਜ਼ਾਂ ਦੀ। ਅੱਜ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਇੱਕ ਕਰਕੇ ਕਲੀਅਰ ਕਰ ਦਿੱਤੀ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ। ਅੱਗੇ ਰਹਾਉ ਵਾਲਾ ਬੰਦ, ਉਸ ਤੋਂ ਅੱਗੇ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ ਕਰੈ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ। ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ। ਸਾਰਾ ਜ਼ਿਕਰ ਕਰਤਾ। ਅੱਜ ਬੰਦੇ ਅੰਦਰ ਸਾਧ ਸੰਗਤ ਇਹ ਇੱਕ ਇੱਕ ਭੁੱਖ ਹੈ। ਮੇਰੇ ਕੋਲ ਮੋਤੀ ਹੋਣ, ਹੀਰੇ ਹੋਣ, ਜ਼ਵਾਰਾਤ ਹੋਣ, ਮੈਂ ਧਰਤੀ ਦਾ ਮਾਲਕ ਹੋਵਾਂ, ਮੇਰੇ ਕੋਲ ਰਿੱਧੀਆਂ ਸਿੱਧੀਆਂ ਹੋਣ, ਮੈਂ ਬਾਦਸ਼ਾਹ ਬਣ ਜਾਵਾਂ, ਮੈਂ ਸੁਲਤਾਨ ਬਣ ਜਾਵਾਂ, ਮੇਰਾ ਹੁਕਮ ਚੱਲੇ, ਲੋਕੀ ਥਰ ਥਰ ਕੰਬਣ। ਪਰ ਇੱਕ ਸਿਧਾਂਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਡੀ ਝੋਲੀ ਚ ਪਾ ਦਿੱਤਾ। ਉਹ ਕਿਹੜਾ ਹੈ ਜੀ? ਰਹਾਉ ਵਾਲਾ ਬੰਦ। ਹਰ ਬਿਨ ਜੀਓ ਜਲ ਬਲ ਜਾਓ। ਸੱਚੀ ਗੱਲ ਏ, ਇੰਨਾ ਕੁਝ ਤਮਾਮ ਇਹ ਪਦਾਰਥ ਹੋਣ ਦੇ ਬਾਵਜੂਦ ਵੀ ਜੇ ਵਾਹਿਗੁਰੂ ਨਹੀਂ, ਇਹ ਜਿੰਦ ਸੜੀ ਪਈ ਏ। ਮਹਿੰਗੀ ਤੋਂ ਮਹਿੰਗੀ ਪਲੰਘ ਦੇ ਉੱਤੇ ਸੌਂ ਕੇ, ਸੇਜਾਂ ਦੇ ਉੱਤੇ ਸੌਂ ਕੇ, ਮਹਿੰਗੇ ਤੋਂ ਮਹਿੰਗੇ ਇਹ ਗਹਿਣੇ ਭੂਸ਼ਣ ਪਾ ਕੇ ਵੀ ਜਿੰਦ ਜਿਹੜੀ ਉਹ ਸੜੀ ਹੋਈ ਆ। ਕਿਉਂ? ਕਿਉਂਕਿ ਸਰਬ ਸੁੱਖਾਂ ਦਾ ਨਾਇਕ ਨਹੀਂ ਨਾ ਮਿਲਿਆ, ਸਰਬ ਸੁੱਖਾਂ ਦਾ ਵਾਹਿਗੁਰੂ ਪਰਮਾਤਮਾ ਨਹੀਂ ਮਿਲਿਆ, ਜਿੰਦਾ ਰਾਮ ਦਾ ਨਾਮ ਦਾ ਰਸ ਪੀਣਾ ਸੀ, ਅੰਦਰ ਸ਼ਾਂਤੀ ਆਣੀ ਸੀ, ਅੰਦਰ ਤ੍ਰਿਪਤੀ ਆਣੀ ਸੀ। ਬੰਦਿਆ ਤੇਰੇ ਕੋਲ ਤਾਂ ਇਹੀ 4-5 ਚੀਜ਼ਾਂ ਨਾ ਜਿਹੜੀਆਂ ਤੂੰ ਮੰਗਦਾ ਵੀ ਮੇਰੇ ਕੋਲ ਧਨ ਹੋਵੇ, ਮੇਰੇ ਕੋਲ ਦੌਲਤ ਹੋਵੇ, ਮੇਰੇ ਕੋਲ ਪੈਸਾ ਹੋਵੇ, ਮੇਰੇ ਕੋਲ ਸ਼ੋਹਰਤ ਹੋਵੇ, ਮੇਰੇ ਕੋਲ ਜ਼ਮੀਨ ਹੋਵੇ, ਮੇਰੇ ਕੋਲ ਜਾਇਦਾਦ ਹੋਵੇ। ਇਹੀ ਧਨ ਦੌਲਤਾਂ ਮੰਗਦਾ। ਸਤਿਗੁਰੂ ਕਹਿੰਦੇ ਆ ਵੀ ਗਈਆਂ, ਸ਼ੁਕਰ ਕਿੱਥੋਂ ਆਏਗਾ? ਸਬਰ ਕਿੱਥੋਂ ਆਏਗਾ? ਸੰਤੋਖ ਕਿੱਥੋਂ ਆਏਗਾ? ਪਿਆਰ ਕਿੱਥੋਂ ਆਏਗਾ? ਨਿਮਰਤਾ ਕਿੱਥੋਂ ਆਏਗੀ? ਜੇ ਨਿਮਰਤਾ ਹੈ ਤਾਂ ਹੀ ਸਾਰਾ ਕੁਝ ਹੋਣਾ। ਜੇ ਨਿਮਰਤਾ ਨਹੀਂ ਹੈ ਤੂੰ ਡੋਲਦਾ ਰਹੇਗਾ, ਜੇ ਪਿਆਰ ਨਹੀਂ ਹੈ ਡੋਲਦਾ ਰਹੇਗਾ। ਸਤਿਗੁਰੂ ਰਹਾਉ ਵਾਲੇ ਬੰਦ ਚ ਕਹਿੰਦੇ ਹਰ ਬਿਨ ਜੀਓ ਜਲ ਬਲ ਜਾਓ। ਮੇਰੀ ਜਿੰਦ ਹਰੀ ਤੋਂ ਬਿਨਾਂ ਸਾੜ ਬਲ ਜਾਂਦੀ ਏ। ਮੈਂ ਆਪਣਾ ਗੁਰ ਪੂਛ ਦੇਖਿਆ, ਮੈਂ ਆਪਣੇ ਗੁਰੂ ਤੋਂ ਪੁੱਛ ਕੇ ਦੇਖ ਲਿਆ, ਅਵਰ ਨਾਹੀ ਥਾਂ ਹੋਰ ਕਿਸੇ ਵੀ ਥਾਂ ਦੇ ਉੱਤੇ, ਕਿਸੇ ਵੀ ਜਗ੍ਹਾ ਦੇ ਉੱਤੇ, ਕਿਸੇ ਵੀ ਦੁਨਿਆਵੀ ਪਦਾਰਥ ਦੇ ਨਾਲ ਇਹ ਸੁੱਖ ਨਹੀਂ ਮਿਲਣਾ। ਸਾਧ ਸੰਗਤ ਸਤਿਗੁਰੂ ਕਹਿੰਦੇ ਸੁੱਖ ਮਿਲਣਾ ਜੋ ਸੁੱਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇ। ਜੇ ਸੁੱਖ ਚਾਹੁੰਦਾ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ, ਪਰਮਾਤਮਾ ਦੀ ਸ਼ਰਨ ਦੇ ਵਿੱਚ ਆ। ਸਤਿਗੁਰੂ ਤਾਂ ਹੀ ਗੁਰਬਾਣੀ ਚ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜਗ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਸਤਿਗੁਰ ਕਹਿੰਦੇ ਮੈਂ ਜਾਣਿਆ ਦੁੱਖ ਮੈਨੂੰ ਏ, ਪਰ ਇਹ ਤਾਂ ਘਰ ਘਰ ਚ ਦੁੱਖ ਏ। ਹਰ ਘਰ ਚ ਚਿੰਤਾ ਹੈ, ਹਰ ਘਰ ਚ ਕਲੇਸ਼ ਏ, ਹਰ ਘਰ ਚ ਕਿਤੇ ਕੋਈ ਨਸ਼ੇ ਕਰਕੇ ਦੁਖੀ ਏ, ਕਿਤੇ ਕੋਈ ਕਰਜ਼ੇ ਕਰਕੇ ਦੁਖੀ ਏ, ਕਿਤੇ ਕੋਈ ਲਾਲਚ ਕਰਕੇ ਦੁਖੀ ਹੋਇਆ ਪਿਆ ਏ, ਕੋਈ ਕਿਸੇ ਪ੍ਰਕਾਰ ਨਾਲ ਸਾਰੇ ਪਾਸੇ ਦੁੱਖ ਪਾਇਆ ਹੋਇਆ। ਸਤਿਗੁਰੂ ਕਹਿੰਦੇ ਸੁੱਖ ਨਹੀਂ ਏਦਾਂ ਮਿਲਦਾ। ਜਿਹੜਾ ਬੰਦਾ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਫਿਰ ਉਹ ਡਗਮਗਾਉਂਦਾ ਨਹੀਂ ਹੈ ਜ਼ਿੰਦਗੀ ਦੇ ਵਿੱਚ, ਉਹ ਡੋਲਦਾ ਨਹੀਂ ਹੈ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਆਸਰਾ ਸਮਝਦਾ। ਤੂੰ ਮੇਰੋ ਮੇਰ ਪਰਬਤ ਸੁਆਮੀ, ਪਰਬਤ ਵਰਗਾ ਪਹਾੜ ਵਰਗਾ ਵਾਹਿਗੁਰੂ ਤੂੰ ਆਸਰਾ ਹੈ। ਓਟ ਗਈ ਮੈਂ ਤੇਰੀ ਓਟ ਦੇ ਵਿੱਚ ਆ ਗਿਆ। ਨਾ ਤੁਮ ਡੋਲੋ ਨਾ ਹਮ ਗਿਰਤੇ, ਨਾ ਤੂੰ ਡੋਲਦਾ ਨਾ ਅਸੀਂ ਗਿਰਦੇ ਆ। ਰੱਖ ਲੀਨੀ ਹਰ ਮੇਰੀ, ਵਾਹਿਗੁਰੂ ਨੇ ਮੇਰੀ, ਹਰੀ ਨੇ ਮੇਰੀ ਇੱਜ਼ਤ ਪੱਤ ਰੱਖ ਲਈ। ਵਾਹਿਗੁਰੂ ਤੇਰੀ ਸ਼ਰਨ ਚ ਆਇਆ। ਜਦੋਂ ਪੱਲਾ ਫੜਾਂਗੇ, ਨਾ ਡੋਲਣ ਵਾਲੇ ਦਾ ਪੱਲਾ ਫੜਾਂਗੇ, ਫਿਰ ਸਤਿਗੁਰੂ ਕਹਿੰਦੇ ਫਿਰ ਤੂੰ ਵਾਕਈ ਰਾਮ ਨਾਮ ਰਸ ਪੀ ਲੇਗਾ।
ਕਸ਼ਮੀਰੀ ਪੰਡਤ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ, ਆਸੇ-ਪਾਸੇ ਘੁੰਮ ਕੇ ਆ ਗਏ ਚਾਰੇ ਪਾਸਿਓਂ, ਪਰ ਜਿਹੜੇ ਵੀ ਮਿਲਦੇ ਨੇ, ਜਿਨ੍ਹਾਂ ਦੀ ਸ਼ਰਨ ਦੇ ਵਿੱਚ ਜਾਂਦੇ ਨੇ, ਉਹ ਆਪ ਅਧੂਰੇ ਨੇ, ਆਪ ਡੋਲਦੇ ਪਏ ਨੇ, ਆਪ ਅੰਦਰੋਂ ਕਮਜ਼ੋਰ ਨੇ। ਪਰ ਜਿਸ ਦਿਨ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਆਏ, ਕਿਹੜਾ ਗੁਰੂ? ਜਿਹੜਾ ਗੁਰੂ ਭਰਮਾਂ ਨੂੰ ਤੋੜਦਾ, ਜਿਹੜਾ ਗੁਰੂ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦਾ, ਉਸ ਦੀ ਸ਼ਰਨ ਦੇ ਵਿੱਚ ਆਏ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਸੋ ਸਤਿਗੁਰ ਧੰਨ ਧੰਨ ਜਿਨ ਭਰਮਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰਸਿਓ ਜੋੜਿਆ। ਜਦੋਂ ਡਗਮਗਾਉਂਦਾ ਸੀ ਮਨ, ਉਦੋਂ ਆਸੇ ਪਾਸੇ ਜਿਸ ਦਿਨ ਵਾਕਈ ਨਾ ਡੋਲਣ ਵਾਲੇ ਗੁਰੂ ਕੋਲ ਆਉਂਦੇ ਨੇ। ਜਿਸ ਗੁਰੂ ਨੇ ਇਹ ਸਿੱਖਿਆ ਦਿੱਤੀ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ, ਨਾ ਡਰੋ ਨਾ ਡਰਾਵੋ। ਸਤਿਗੁਰਾਂ ਦਾ ਇਹ ਸਿਧਾਂਤ ਏ ਬਈ ਜ਼ਿੰਦਗੀ ਬਸਰ ਕਰਨੀ ਨਾ ਡਰ ਕੇ ਤੇ ਨਾ ਹੀ ਦੂਸਰੇ ਨੂੰ ਡਰਾ ਕੇ। ਜਿਸ ਦਿਨ ਸੱਚੇ ਗੁਰੂ ਦੀ ਸ਼ਰਨ ਵਿੱਚ ਆਏ, ਸਤਿਗੁਰੂ ਨੇ ਬਾਹ ਫੜੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ ਨਾ, ਜਦੋਂ ਗੁਰੂ ਬਾਹ ਫੜਦਾ ਹੈ ਨਾ, ਫਿਰ ਮਨੁੱਖ ਦੇ ਸਾਰੇ ਪਾਪ ਉਹ ਦੂਰ ਹੋ ਜਾਂਦੇ ਆ। ਸਤਿਗੁਰ ਮੇਰਾ ਸਦਾ ਦਇਆਲਾ, ਮੋਹੇ ਦੀਨ ਕੋ ਰਾਖ ਲਿਆ, ਕਾਟਿਆ ਰੋਗ ਮਹਾ ਸੁਖ ਪਾਇਆ ਜੀ। ਹਰ ਅੰਮ੍ਰਿਤ ਮੁਖ ਨਾਮ ਦੀਆ, ਅਨਿਕ ਪਾਪ ਮੇਰੇ ਪਰ ਹਰਿਆ। ਬੰਧਨ ਕਾਟੇ ਮੁਕਤ ਭਏ, ਅੰਧਕੂਪ ਮਹਾ ਘੋਰ ਤੇ ਬਾਹ ਪਕੜ ਗੁਰ ਕੱਢ ਲਈਏ। ਗੁਰੂ ਨੇ ਬਾਹ ਫੜ ਲਈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਦਿੱਤਾ ਜ਼ਬਰ ਦੇ ਵਿਰੁੱਧ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ। ਤੇ ਸਾਧ ਸੰਗਤ, ਅਸੀਂ ਇਸ ਇਤਿਹਾਸ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤੇ ਉਹਨਾਂ ਦੇ ਜਿਹੜੇ ਸ਼ਰਨ ਦੇ ਵਿੱਚ ਆਏ, ਦੋ ਗੱਲਾਂ ਸਿੱਖਣੀਆਂ। ਜਦੋਂ ਬੰਦਾ ਸ਼ਰਨ ਦੇ ਵਿੱਚ ਆਉਂਦਾ ਹੈ, ਉਸ ਸਮੇਂ ਅੰਦਰ ਦੁੱਖ ਹੈ, ਅੰਦਰ ਪੀੜਾ ਹੈ, ਤੇ ਸ਼ਰਨ ਦੇ ਵਿੱਚ ਜਾਣਾ ਗੁਰੂ ਦੀ, ਤੇ ਉਸ ਸਮੇਂ ਅਰਦਾਸ ਕਰੋ ਮਨ ਕਰਕੇ, ਮਨ ਵਿੱਚ ਹੈ ਸਤਿਗੁਰ ਕੈ ਪਾਸ। ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਗੁਰੂ ਸਿੱਖ ਦਾ ਪੱਲਾ ਫੜ ਲੈਂਦੇ ਨੇ। ਫਿਰ ਅੰਧਕੂਪ ਦੇ ਵਿੱਚੋਂ ਗੁਰੂ ਦੇ ਸਿੱਖ ਨੂੰ ਬਾਹਰ ਕੱਢਦੇ ਆ, ਡੋਲਣਾ ਨਹੀਂ। ਸਤਿਗੁਰੂ ਗੁਰਬਾਣੀ ਦੇ ਵਿੱਚ ਇੱਕ ਹੋਰ ਬਚਨ ਕਰਦੇ ਨੇ, ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸਾਂਚੇ ਭਾਂਡੇ, ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜ਼ਰੇ ਮਰੇ ਸਿਧ ਪਾਈਐ, ਲੀਨੋ ਹਾਥ ਸੰਧੌਰਾ। ਸੰਧੌਰ ਪੜਾਇਆ ਜਾਂਦਾ, ਸੰਧੂਰ ਵਾਲਾ ਨਾਰੀਅਲ ਜਦੋਂ ਸਤੀ ਕੀਤਾ ਜਾਂਦਾ ਸੀ। ਵੈਸੇ ਗੁਰਮਤ ਚ ਇਸ ਨੂੰ ਕੋਈ ਮਾਨਤਾ ਨਹੀਂ ਹੈ। ਸਤਿਗੁਰਾਂ ਨੇ ਇਹਦੇ ਵਿਰੁੱਧ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਵੀ ਕਾਨੂੰਨ ਬਣਵਾਇਆ ਸੀ। ਤੇ ਗੁਰੂ ਪਾਤਸ਼ਾਹ ਗੁਰਬਾਣੀ ਚ ਵੀ ਕਹਿੰਦੇ, ਸਤੀਆਂ ਇਹਨਾਂ ਆਖੀਆਂ ਜੇ ਮੜਿਆ ਲੱਗ ਜਲਨ, ਨਾਨਕ ਸਤੀਆ ਜਾਨੀਆਂ ਜੇ ਬਿਰਹਾ ਚੋਟ ਮਰਨ। ਪਰ ਜਦੋਂ ਨਾਰੀਅਲ ਤੇ ਉੱਤੇ ਸੰਧੂਰ ਲਾ ਕੇ ਜਿਸ ਔਰਤ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ, ਫਿਰ ਇਹਦਾ ਮਤਲਬ ਇਹ ਹੁੰਦਾ ਸੀ ਹੁਣ ਡਗਮਗਾਉਣਾ ਨਹੀਂ ਹੈ, ਹੁਣ ਤੈਨੂੰ ਚਿਖਾ ਦੇ ਉੱਤੇ ਚੜ੍ਹਨਾ ਹੀ ਪੈਣਾ। ਸਤਿਗੁਰ ਕਹਿੰਦੇ ਜਦੋਂ ਸੰਸਾਰ ਦੇ ਵਿੱਚ ਤੁਰਨਾ ਹੈ ਨਾ, ਉਦੋਂ ਸੰਸਾਰ ਦੇ ਵਿੱਚ ਜਕੋ ਧੱਕੇ ਨਾ ਕਰ, ਗੁਰੂ ਦੀ ਸਿੱਖਿਆ ਉੱਤੇ ਤੁਰਨਾ। ਮਨ ਨੂੰ ਡੁਲਾ ਨਾ, ਉਦੋਂ ਤਾਂ ਤੈਨੂੰ ਤੁਰਨਾ ਹੀ ਪੈਣਾ ਗੁਰੂ ਦੀ ਸਿੱਖਿਆ ਉੱਤੇ। ਫਿਰ ਉਸ ਸਿੱਖਿਆ ਉੱਤੇ ਤੁਰ ਕੇ ਕਈ ਵਾਰੀ ਜਦੋਂ ਬੰਦਾ ਧਰਮ ਦੇ ਰਸਤੇ ਦੇ ਉੱਤੇ ਤੁਰਦਾ ਹੈ, ਤੇ ਸਮਾਜ ਦੇ ਵਿੱਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਭਾਈ ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਗੁਰੂ ਪਾਤਸ਼ਾਹ ਨੇ ਗਲਵੱਕੜੀ ਲਾ ਕੇ ਇਹ ਬਚਨ ਕਹੇ। ਪਰ ਉਸ ਤੋਂ ਪਹਿਲਾਂ ਉਹ ਸਖੀ ਸਰਵਰੀ ਦੇ ਪੂਜਕ ਸੀ, ਉਹ ਕਬਰਾਂ ਦੇ ਉੱਤੇ ਮੱਥਾ ਟੇਕਦਾ ਸੀ, ਇਹ ਸਾਰੇ ਕੰਮ ਕਰਦਾ ਸੀ। ਜਦੋਂ ਗੁਰੂ ਦੀ ਸ਼ਰਨ ਵਿੱਚ ਆਇਆ, ਪੁਰਖਾ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਸਤਿਗੁਰੂ ਕੀ ਕਰਾ, ਆ ਡੋਲਣਾ ਹਟਾ ਦੇ। ਮਨ ਨੂੰ ਜਿਹੜਾ ਥਾਂ ਥਾਂ ਤੇ ਡੁਲਾ ਰਿਹਾ ਨਾ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਥਾਂ ਥਾਂ ਤੇ ਜਾ ਰਿਹਾ, ਇਹਨੂੰ ਛੱਡ। ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਉਹ ਛੱਡ ਦਿੱਤਾ ਜੀ। ਪਿੰਡ ਵਾਲੇ ਵੀ ਦੁਸ਼ਮਣ ਹੋ ਗਏ, ਰਿਸ਼ਤੇਦਾਰ ਵੀ ਦੁਸ਼ਮਣ ਹੋ ਗਏ, ਵੀ ਜਿਹੜੀ ਸਾਡੀ ਮਰਿਆਦਾ ਕਹਿੰਦੇ ਚੱਲੀ ਆ ਰਹੀ ਸੀ, ਵੀ ਤੂੰ ਡੋਲ ਦਿੱਤੀ। ਕੁਦਰਤੀ ਭਾਣਾ ਵਾਪਰਿਆ, ਮੱਝਾਂ ਵੀ ਮਰ ਗਈਆਂ, ਦੁੱਖ ਵੀ ਆਏ। ਪਰ ਇਸ ਦੁੱਖ ਦੇ ਸਮੇਂ ਦੇ ਵਿੱਚ ਸਿੱਖ ਜਿਹੜਾ ਹੈ ਨਾ, ਜਿਹੜਾ ਹੁਣ ਗੁਰੂ ਦੀ ਮੱਤ ਲੈ ਰਿਹਾ, ਉਹ ਡੋਲਿਆ ਨਹੀਂ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਡੋਲਿਆ ਨਹੀਂ ਹੈ, ਆਸਰਾ ਗੁਰੂ ਦਾ। ਤੇ ਸਤਿਗੁਰੂ ਇੰਨੇ ਤਰੁੱਠੇ ਦੁੱਖ ਦੇ ਸਮੇਂ ਦੇ ਵਿੱਚੋਂ ਹੌਲੀ 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 ਨਿਕਲਦਾ ਆ ਰਿਹਾ। ਦੁੱਖ ਦੇ ਸਮੇਂ ਦੇ ਵਿੱਚੋਂ ਸਤ ਸੰਗਤ, ਇਹ ਸਮਾਂ ਬਹੁਤਾ ਸਮਾਂ ਨਹੀਂ ਰਹਿੰਦਾ। ਦੁੱਖ ਜ਼ਰੂਰ ਆਉਂਦਾ ਹੈ, ਪਰ ਚੇਤਾ ਰੱਖਿਓ ਬਹੁਤਾ ਸਮਾਂ ਨਹੀਂ ਰਹਿੰਦਾ।
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਬਈ ਇੱਕ ਸਮੇਂ ਰੁੱਖ ਦੇ ਉੱਤੇ ਫੁੱਲ ਵੀ ਏ, ਫਲ ਵੀ ਏ, ਪੱਤੇ ਵੀ ਏ, ਸਮਾਂ ਪਾ ਕੇ ਰੁੱਖ ਦੇ ਉੱਤੇ ਕੁਛ ਵੀ ਨਹੀਂ ਰਿਹਾ, ਝੜ ਗਿਆ ਸਾਰਾ ਰੁੱਖ। ਹੁਣ ਜਿਹੜੀ ਰੁੱਤ ਆਣੀ ਆ ਹਿਮਕਰ ਰੁੱਤ, ਸਤਿਗੁਰੂ ਗੁਰਬਾਣੀ ਚ ਕਹਿੰਦੇ ਆ ਜਦੋਂ ਐਨ ਕੱਕਰ ਪਏਗਾ ਤੇ ਰੁੱਖਾਂ ਦੇ ਪੱਤੇ ਝੜ ਜਾਣਗੇ, ਸਮਾਂ ਪਾ ਕੇ ਕਹਿੰਦੇ ਰੁੱਖ ਉੱਥੇ ਹੀ ਖੜਾ ਰਹਿੰਦਾ ਤੇ ਬਸੰਤ ਰੁੱਤ ਆਉਂਦੀ ਆ, ਉਹ ਫਿਰ ਹਰਿਆ ਭਰਿਆ ਹੋ ਜਾਂਦਾ। ਸਿੱਖਾ ਤੇਰੀ ਜ਼ਿੰਦਗੀ ਬਿਲਕੁਲ ਇਸ ਤਰੀਕੇ ਦੀ ਆ। ਕਈ ਵਾਰੀ ਬਹੁਤ ਦੁੱਖ ਵੀ ਆ ਸਕਦਾ, ਪੀੜਾ ਵੀ ਆ ਸਕਦੀ, ਘਰ ਦੇ ਵਿੱਚ ਬੜੀਆਂ ਚਿੰਤਾਵਾਂ ਆ ਜਾਂਦੀਆਂ, ਪੈਸਾ ਵੀ ਨਹੀਂ ਜੇਬ ਚ ਹੁੰਦਾ, ਇਹ ਸਾਰਾ ਕੁਝ ਆ ਜਾਂਦਾ, ਪਰ ਕਹਿੰਦੇ ਆਸਰਾ ਰੱਖੀ, ਭਰੋਸਾ ਰੱਖੀ। जैसे एक समय द्रम सफल सुपत्र पन फुल, एक समय फल फूल गिर जात है। एक समय फल फुल पत्ते लगे हुए ने, पर समा आया झड़ गए। कोई साथी नहीं रहा जी, कोई दोस्त मित्र नहीं। साध संगत चेता रखियो, सतगुरु गुरबाणी च कहंदे बंदिया एवें डोली ना, स्वार्थ दुनिया दे विच भरिया पिया है। ਜਿਹੜੇ ਤੇਰੇ ਰਿਸ਼ਤੇਦਾਰ ਮਿੱਤਰ ਦੋਸਤ ਇਹ ਸਾਰੇ ਚੇਤਾ ਰੱਖੀ, ਇਹ ਸਵਾਰਥ ਕਰਕੇ, ਕਿਸੇ ਨਾ ਕਿਸੇ ਸਵਾਰਥ ਕਰਕੇ ਤੇਰੇ ਨਾਲ ਨੇ, ਤੇਰੇ ਅੱਗੇ ਪਿੱਛੇ ਰਹਿਣਗੇ, ਤੈਨੂੰ 36 ਪ੍ਰਕਾਰ ਦੇ ਪਦਾਰਥ ਵੀ ਦੇਣਗੇ। ਸਤਿਗੁਰ ਕਹਿੰਦੇ ਪਰ ਚੇਤਾ ਰੱਖੀ, ਜਿਸ ਦਿਨ ਇਹਨਾਂ ਲੋਕਾਂ ਦਾ ਸਵਾਰਥ ਖਤਮ ਹੋ ਜਾਵੇਗਾ, ਇਹਨਾਂ ਨੇ ਤੈਨੂੰ ਪਿੱਠ ਦਿਖਾ ਕੇ ਪਾਸੇ ਹੋ ਜਾਣਾ। ਸਵਾਰਥੀ ਲੋਕ ਨੇ ਜੋ ਸੰਸਾਰੇ ਕੇ ਕੁਟੰਬ मित्र भाई दिसै मन मेरे, ते सब अपने स्वाय मिलासा। जित दिन उनका स्वभाव होए ना आवे, तित दिन नेड़ा को ना टुकासा। पर डोली ना, गुरु दा आसरा रखी। बड़ा बेअंत इतिहास है साडा जिहड़ा इन्हां चीजां नाल भरिया पिया। गुरु रामदास पातशाह महाराज तो वड्डा इतिहास किहड़ा हो सकदा? भाई जेठा जी जदों छोटे ने, शरीके ने भी पिठ मोड़ ली जी, नगर वालियां ने भी पासे करता मूंह। कदों? ਜਦੋਂ ਮਾਤਾ ਜੀ ਚੜ੍ਹਾਈ ਕਰ ਗਏ, ਜਦੋਂ 7 ਸਾਲ ਦੀ ਉਮਰ ਤੱਕ ਪਿਤਾ ਜੀ ਵੀ ਚੜ੍ਹਾਈ ਕਰ ਗਏ। ਦੋ, ਇੱਕ ਭੈਣ ਇੱਕ ਭਰਾ, ਰਾਮਦਾਸ ਹਰਦਿਆਲ ਸੋਢੀ ਦੋਨੇ ਭਾਈ, ਇੱਕ ਬੀਬੀ ਰਮਦਾਸੀ ਸਕੀ ਭੈਣ ਕਹਾਈ। 3 ਹੋ ਗਏ ਗੁਰੂ ਪਾਤਸ਼ਾਹ ਸਮੇਤ, ਚੌਥੀ ਨਾਨੀ ਆਸਰਾ ਬਣੀ, ਬਜ਼ੁਰਗੀ ਚ ਆ ਕੇ ਨਾਨੀ ਨਾਲ ਲੈ ਆਈ। ਹੁਣ ਤਿੰਨਾਂ ਚਾਰਾਂ ਜੀਆਂ ਦਾ ਇਸ ਔਖੇ ਤੋਂ ਔਖੇ ਸਮੇਂ ਦੇ ਵਿੱਚ ਮਾਤਾ ਪਿਤਾ ਨਹੀਂ ਰਹੇ, ਤੇ ਜੇ ਕੌਣ ਆਸਰਾ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਸਰਾ ਬਣਦੇ ਆ। ਤੇ ਸਤਿਗੁਰ ਕਹਿੰਦੇ ਜਦੋਂ ਗੁਰੂ ਆਸਰਾ ਬਣ ਜਾਵੇ ਨਾ, ਫਿਰ ਭਰੋਸਾ ਰੱਖੀ ਗੁਰੂ ਦੇ ਉੱਤੇ। ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤਤੀ ਵਾਓ। ਇੱਕ ਸਮਾਂ ਇਹ ਆ ਦੁੱਖਾਂ ਦਾ, ਬੇਅੰਤ ਸਮਾਂ। ਇੱਕ ਸਮਾਂ ਉਹ ਵੀ ਆਉਂਦਾ ਜਦੋਂ ਧੰਨ ਗੁਰੂ ਅਮਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਤਰੁੱਠ ਪੈਂਦੇ ਆ, ਪ੍ਰਸੰਨ ਹੁੰਦੇ ਆ। ਜਿਸ ਦਿਨ ਸੇਵਕ ਦੀ ਘਾਲਣਾ ਥਾਏ ਪੈਂਦੀ ਆ। ਇੱਕ ਸਮਾਂ ਸੀ ਪੱਤੇ ਝੜ ਗਏ ਸਨ, ਰੁੱਖ ਖਾਲੀ ਰਹਿ ਗਿਆ। ਹੁਣ ਬਸੰਤ ਰੁੱਤ ਆਉਣ ਲੱਗੀ। ਸਾਧ ਸੰਗਤ, ਗੁਰੂ ਅਮਰਦਾਸ ਪਾਤਸ਼ਾਹ ਇੰਨੇ ਤਰੁੱਠਦੇ ਨੇ। ਅੱਜ ਗੁਰੂ ਨਾਨਕ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਜੋਤ, ਉਹ ਅੱਜ ਗੁਰੂ ਰਾਮਦਾਸ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਕਰਨ ਲੱਗੇ ਆ। ਹੱਥ ਜੋੜ ਕੇ ਬਹਿ ਗਏ। ਭਾਈ ਜੇਠਾ ਜੀ ਗੁਰੂ ਰਾਮਦਾਸ ਸਤਿਗੁਰ ਸੱਚੇ ਪਾਤਸ਼ਾਹ, ਸਤਿਗੁਰੂ ਤੁਸੀਂ ਜਾਣਦੇ ਹੋ ਮੈਂ ਲਾਹੌਰ ਦੇ ਵਿੱਚ ਰੁਲਿਆ ਫਿਰਦਾ ਸੀ, ਕਿਸੇ ਨੇ ਬਾਂਹ ਨਹੀਂ ਸੀ ਫੜੀ, ਸਾਰੇ ਪਿੱਠ ਕਰ ਗਏ। ਸਤਿਗੁਰੂ ਇੱਕ ਤੁਸੀਂ ਸੀ ਜਿਨ੍ਹਾਂ ਨੇ ਆਸਰਾ ਦਿੱਤਾ, ਤੇ ਇਸ ਨਚੀਜ਼ ਨੂੰ ਅੱਜ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਇੱਥੋਂ ਤੱਕ ਪਹੁੰਚਾ ਦਿੱਤਾ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਭ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ पूछता, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਪਹਿਲੀ ਗੱਲ ਇਹ ਸਾਧ ਸੰਗਤ। ਦੂਸਰੀ ਉਦਾਹਰਨ ਭਾਈ ਸਾਹਿਬ ਕਹਿੰਦੇ ਦੇਖੋ, ਜਿਸ ਸਮੇਂ ਨਦੀ ਉੱਥੇ ਹੀ ਖੜੀ, ਉਹਦਾ ਰੂਪ ਉਹੀ ਆ। ਇੱਕ ਸਮਾਂ ਹੁੰਦਾ ਹੈ ਨਦੀ ਜਿਹੜੀ ਹੈ ਉਹ ਖਾਲੀ ਪਈ ਆ, ਸਮਾਂ ਆਉਂਦਾ ਨਦੀ ਦੇ ਵਿੱਚ ਬਰਸਾਤ ਆ ਜਾਂਦੀ, ਭਰ ਜਾਂਦੀ, ਫਿਰ ਖਾਲੀ ਹੋ ਜਾਂਦੀ, ਫਿਰ ਭਰ ਜਾਂਦੀ। ਸਰਤਾ ਸਲਲ ਜਲ ਕਬਹੂ ਸਮਾਨ ਬਹਿ, ਕਬਹੂ ਅਥਾ ਅਤ ਪ੍ਰਬਲ ਦਿਖਾਤ ਹੈ। ਵੀ ਇੱਕ ਸਮਾਂ ਉਹ ਆਇਆ ਖਾਲੀ ਏ, ਇੱਕ ਸਮਾਂ ਉਹ ਆਇਆ ਭਰ ਗਈ ਏ, ਪਰ ਰੂਪ ਤਾਂ ਉਹਦਾ ਉੱਥੇ ਹੀ ਖੜਾ ਹੈ ਨਾ। ਤੀਸਰੇ ਨੰਬਰ ਤੇ
जैसे एक समय हीरा होत जीर नांबर में, एक समय कंचन जड़े जगमगाता है। हुण हीरा देखो किन्नी बेकीमती चीज है, वस्तु है। कमाल दी गल ਇਹ ਆ, ਇੱਕ ਸਮੇਂ ਹੀਰਾ ਜਿਹੜਾ ਹੈ ਨਾ ਉਹ ਕੀਮਤੀ ਕੱਪੜਿਆਂ ਦੇ ਵਿੱਚ ਹੁੰਦਾ ਹੈ, ਕੀਮਤੀ ਸਥਾਨ ਤੇ ਰੱਖਿਆ ਜਾਂਦਾ ਹੈ। ਪਰ ਇੱਕ ਸਮਾਂ ਇਦਾਂ ਦਾ ਆਉਂਦਾ ਕਈ ਵਾਰੀ ਲੀਰਾਂ ਦੇ ਵਿੱਚ ਵੀ ਪਿਆ ਹੁੰਦਾ, ਪਰ ਹੈ ਤਾਂ ਹੀਰਾ ਬੰਦਿਆ, ਹੀਰੇ ਵਰਗਾ ਜਨਮ ਹੈ। ਕੋਈ ਸਮਾਂ ਆਏਗਾ ਤੇ ਘਰ ਦੇ ਵਿੱਚ ਪੈਸਾ ਵੀ ਹੁੰਦਾ, ਸੁੱਖ ਵੀ ਹੈ, ਸਹੂਲਤਾਂ ਵੀ ਹੈ, ਸਾਰਾ ਕੁਝ ਹੈ। ਕੋਈ ਸਮਾਂ ਆਏਗਾ ਤੈਨੂੰ ਲੀਰਾਂ ਦੇ ਵਿੱਚ ਵੀ ਰਹਿਣਾ ਪੈ ਜਾਵੇਗਾ। ਮਾਂ ਗੁਜਰੀ ਨੇ ਵੀ ਦੇਖਿਆ, ਸਾਧ ਸੰਗਤ ਤੇ ਕਲਗੀਧਰ ਨੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਵੀ ਦੇਖਿਆ, ਲਾਲਾ ਨੇ ਵੀ ਦੇਖਿਆ, ਡੋਲੇ ਨਹੀਂ। ਇਤਿਹਾਸ ਸਾਡੇ ਸਾਹਮਣੇ ਆ। ਅੱਜ ਬੰਦਾ ਬੜੀ ਛੇਤੀ ਡੋਲ ਜਾਂਦਾ ਹੈ, ਗੁਰੂ ਸਾਹਿਬ ਨੇ ਡੋਲੇ। ਇਹ ਪੂਰਨੇ ਆ ਸਾਡੇ ਸਾਹਮਣੇ ਸਾਧ ਸੰਗਤ। ਦੌਲਤ ਰਾਏ ਆਰੀਆ ਲਿਖਦਾ ਹੈ, ਉਹ ਕਹਿੰਦਾ ਹੈ ਵੀ ਮੈਂ ਕਿਤਾਬ ਲਿਖਣੀ ਸੀ ਤੇ ਮੈਂ ਲਿਖਣੀ ਸੀ ਉਸ ਸ਼ਖਸੀਅਤ ਦੇ ਜੀਵਨ ਦੇ ਉੱਤੇ ਜਿਹੜਾ ਅੰਦਰੋਂ ਵੀ ਪੂਰੇ ਤੇ ਬਾਹਰੋਂ ਵੀ ਪੂਰੇ ਹੋਣ। ਨਹੀਂ ਤਾਂ ਬਹੁਤੇ ਵਿਖਾਵਾ ਹੁੰਦਾ ਹੈ, ਬਾਹਰੋਂ ਕੁਝ ਹੋਰ ਅੰਦਰੋਂ ਕੁਝ ਹੋਰ, ਜੀਓ ਮੈਲੇ ਬਾਹਰੋਂ ਨਿਰਵਲ, ਇਹ ਹਾਲਤ ਹੁੰਦੀ। ਤੇ ਕਹਿੰਦਾ ਮੈਂ ਲਿਖਣੀ ਹੈ ਜਿਹੜਾ ਅੰਦਰੋਂ ਵੀ ਪੂਰਾ ਬਾਹਰੋਂ ਵੀ ਪੂਰਾ। ਕਹਿੰਦਾ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜੀਵਨ ਦੇਖਦਾ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਨੰਦਾਂ ਦੀ ਪੁਰੀ ਦੇ ਵਿੱਚ ਨੇ ਤੇ ਸ਼ਾਹੀ ਠਾਠ ਬਾਠੇ ਸਿੰਘਾਸਣ ਦੇ ਉੱਤੇ ਬੈਠੇ ਆ, ਚੌਰ ਹੋ ਰਿਹਾ ਤੇ ਸਤਿਗੁਰੂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਪਾਤਸ਼ਾਹਾਂ ਦਾ ਪਾਤਸ਼ਾਹ ਦੇ ਰੂਪ ਚ। ਤੇ ਕਹਿੰਦਾ ਮੈਂ ਜਦੋਂ ਦੇਖਦਾ ਭੰਗਾਣੀ ਦੇ ਜੰਗ ਦੇ ਵਿੱਚ ਸਤਿਗੁਰੂ ਜੰਗ ਲੜਦੇ ਪਏ ਨੇ, ਤੇ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਯੋਧੇ ਦੇ ਰੂਪ ਚ, ਸਿਪਾਹੀ ਦੇ ਰੂਪ ਚ। ਕਿਹੜਾ ਇਤਿਹਾਸ ਲਿਖਾਂ, ਕਿਹੜਾ ਪੱਖ ਲਿਖਾਂ? ਸਤਿਗੁਰੂ ਸਰਬ ਕਲਾ ਸੰਪੂਰਨ ਹੈ। ਕਹਿੰਦਾ ਜਦੋਂ ਮੈਂ ਝਾਤ ਮਾਰਦਾ, ਆਨੰਦਾਂ ਦੀ ਪੁਰੀ ਦੇ ਵਿੱਚ ਹੀ ਸ਼ਾਹੀ ਠਾਠ ਬਾਠੇ ਸਤਿਗੁਰੂ ਸਿੰਘਾਸਣ ਦੇ ਉੱਤੇ ਹੁੰਦੇ ਨੇ ਤੇ ਇੱਕ ਸ਼ਹਿਨਸ਼ਾਹ ਦਾ ਰੂਪ ਆ। ਪਰ ਕਹਿੰਦਾ ਜਦੋਂ ਮੈਂ ਮਾਛੀਵਾੜ ਵੱਲ ਧਿਆਨ ਮਾਰਦਾ, ਸਤਿਗੁਰਾਂ ਨੇ ਟਿੰਡ ਦਾ ਸਿਰਹਾਣਾ ਲਾਇਆ, ਇੱਕ ਥੱਕੇ ਹੋਏ ਮੁਸਾਫਰ ਦੇ ਰੂਪ ਦੇ ਵਿੱਚ ਆ। ਇਹ ਦੋਨੇ ਪੱਖ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਪਏ ਨੇ। ਕਹਿੰਦਾ ਮੈਂ ਕਿਹੜਾ ਪੱਖ ਲਿਖਾਂ, ਮੇਰੇ ਕੋਲ ਲਿਖਿਆ ਹੀ ਨਹੀਂ ਜਾਂਦਾ। ਕਿੱਥੇ ਕਲਗੀਧਰ ਦੇ ਲਾਲ ਮਾਂ ਗੁਜਰੀ ਸਾਧ ਸੰਗਤ ਰਹਿੰਦੇ ਨੇ ਨੰਦਾਂ ਦੀ ਪੁਰੀ ਦੇ ਵਿੱਚ, ਬੜਾ ਵਧੀਆ ਰਹਿਣ ਸਹਿਣ ਹੈ, ਬੜੇ ਸੋਹਣੇ ਕੀਮਤੀ ਕੱਪੜੇ ਵੀ ਪਾਉਂਦੇ ਨੇ। ਇੱਕ ਸਮਾਂ ਉਹ ਵੀ ਆਉਂਦਾ ਹੈ ਜਦੋਂ ਬਾਬਾ ਕੁੰਮਾ ਮਾਸ਼ਕੀ ਦੇ ਘਰ ਚ ਵੀ ਰਹਿੰਦੇ ਨੇ। ਹੀਰੇ ਦੀ ਗੱਲ ਮੈਂ ਕਰ ਰਿਹਾ, ਹੀਰਾ ਇੱਕ ਸਮੇਂ ਬੜੇ ਕੀਮਤੀ ਕੱਪੜਿਆਂ ਦੇ ਵਿੱਚ, ਮਹਿੰਗੇ ਕੱਪੜਿਆਂ ਦੇ ਵਿੱਚ ਹੁੰਦੇ ਨੇ, ਇੱਕ ਸਮੇਂ ਬਿਲਕੁਲ ਆਮ ਕੱਪੜਿਆਂ ਦੇ ਵਿੱਚ, ਪਰ ਡੋਲੇ ਨਹੀਂ। ਬਾਬਾ ਕੁੰਮਾ ਮਾਸ਼ਕੀ ਦੇ ਘਰ ਦੇ ਵਿੱਚ ਰਾਤ ਰਹਿੰਦੇ ਨੇ ਤੇ ਉੱਥੇ ਕੋਈ ਪਲੰਘ ਨਹੀਂ ਲੱਗਾ ਹੋਇਆ, ਥੱਲੇ ਜ਼ਮੀਨ ਦੇ ਉੱਤੇ ਭੋਏ ਦੇ ਉੱਤੇ ਹੀ ਕੋਈ ਤੱਪੜ ਵਿਛਾਤਾ ਹੋਣਾ, ਕੋਈ ਚਾਦਰ ਵਿਛਾਤੀ ਹੋਣੀ, ਉੱਥੇ ਹੀ ਸੌਣਾ ਕੀਤਾ। 5 ਦਿਨ ਦੀ ਭੁੱਖ ਹੈ, 5 ਦਿਨ ਤੋਂ ਭੁੱਖੇ ਰਹਿਣ ਤੋਂ ਬਾਅਦ ਤਸੀਹੇ ਵੀ ਮਿਲਦੇ ਆ, ਬੜੇ ਤਸੀਹੇ ਇਤਿਹਾਸਕਾਰਾਂ ਨੇ ਜ਼ਿਕਰ ਵੀ ਕੀਤਾ ਹੈ। ਖੈਰ ਉਹ ਗਾਂ ਸਮਾਂ ਮਿਲੇਗਾ, ਸੱਚੇ ਪਾਤਸ਼ਾਹ ਕਿਰਪਾ ਕਰਨ ਅਗਲੇ ਮਹੀਨੇ ਵਿਸਥਾਰ 'ਚ ਜਾਵਾਂਗੇ। ਪਰ ਜਦੋਂ ਵਾਰਤਾਲਾਪ ਹੁੰਦੀ ਏ ਵਜ਼ੀਰ ਖਾਨ ਨਾਲ, ਸਵਾਲ ਜਵਾਬ ਹੁੰਦੇ ਨੇ ਤੇ ਜਿਹੜੇ ਜਵਾਬ ਸਾਹਿਬਾਂ ਦੇ ਲਾਲ ਦੱਸਦੇ ਨੇ, ਦਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਫਰਜ਼ੰਦ ਉੱਥੇ ਜਾ ਕੇ ਜਵਾਬ ਦਿੰਦੇ ਨੇ। ਉਹ ਜਵਾਬ ਸੁਣ ਕੇ ਏਦਾਂ ਲੱਗਦਾ ਵੀ ਕਿੱਡਾ ਵੱਡਾ ਆਸਰਾ ਹੈ ਗੁਰੂ ਦਾ ਸਾਹਿਬਾਂ ਦੇ ਨਾਲ, ਸਾਹਿਬਜ਼ਾਦਿਆਂ ਦੇ ਨਾਲ। ਗੁਰੂ ਦਾ ਆਸਰਾ ਕਿੰਨਾ ਵੱਡਾ ਹੈ ਵੀ ਸਾਹਿਬਜ਼ਾਦੇ ਉੱਥੇ ਜਾ ਕੇ ਵੀ ਕਹਿ ਰਹੇ ਨੇ, ਜੁੱਤੀ ਦੀ ਇੱਕ ਲਾ ਕੇ ਠੋਕਰ ਤਾਜ ਤਖਤ ਠੁਕਰਾ ਸਕਦੇ ਹਾਂ, ਨੀਹਾਂ ਵਿੱਚ ਚਿਣਵਾ ਕੇ ਆਪਾਂ ਰੋਮ ਰੋਮ ਮੁਸਕਰਾ ਸਕਦੇ ਹਾਂ। ਇਹ ਆ ਸਿੱਖਿਆ ਸਾਧ ਸੰਗਤ। ਬਾਬਾ ਕਬੀਰ ਸਾਹਿਬ ਕਹਿੰਦੇ, ਬੰਦਿਆ ਕਬੀਰ ਡਗਮਗ ਕਿਆ ਕਰੇ, ਤੂੰ ਜਕੇ ਤੱਕੇ ਕਿਉਂ ਕਰਦਾ ਪਿਆ, ਆਸੇ ਪਾਸੇ ਕਿਉਂ ਘੁੰਮਦਾ ਫਿਰਦਾ? ਇੱਕ ਗੁਰੂ ਨੂੰ ਛੱਡ ਕੇ ਥਾਂ ਥਾਂ ਤੇ ਜਾ ਕੇ ਮੱਥੇ ਟੇਕਣ ਨਾਲ ਕੁਛ ਨਹੀਂ ਹੋਣਾ। ਗੁਰੂ ਨੂੰ ਛੱਡ ਕੇ ਇੱਕ ਬੰਦੇ ਦੇ ਉਪਾਸ਼ਕ ਬਣ ਜਾਣਾ, ਉਹਦੇ ਮਗਰ ਮਗਰ ਤੁਰੇ ਫਿਰਨਾ, ਇਸ ਤਰੀਕੇ ਨਾਲ ਜ਼ਿੰਦਗੀ ਸਫਲ ਨਹੀਂ ਹੁੰਦੀ। ਗੁਰੂ ਨੂੰ ਛੱਡ ਕੇ ਥਾਂ ਥਾਂ ਤੇ ਭਟਕਣ ਨਾਲ ਜ਼ਿੰਦਗੀ ਸਫਲ ਨਹੀਂ ਹੋਣੀ। ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਹੀ ਪੈਣਾ, ਗੁਰੂ ਦੀ ਸਿੱਖਿਆ ਦੇ ਉੱਤੇ ਤੁਰਨਾ ਹੀ ਪੈਣਾ। ਕਬੀਰ ਡਗਮਗ ਕਿਆ ਕਰੇ, ਕਹਾਂ ਡੁਲਾਵੇਂ ਜੀਓ, ਕਿੱਥੇ ਕਿੱਥੇ ਡੁਲਾਵੇਂਗਾ, ਕਿਉਂ ਜਕੇ ਤੱਕੇ ਕਰਦਾ ਪਿਆ? ਸਰਬ ਸੂਖ ਕੋ ਨਾਇਕੋ, ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਵਾਹਿਗੁਰੂ ਨਾਲ ਜੁੜ, ਪਰਮਾਤਮਾ ਵਰਗਾ ਤੇਰਾ ਸੁਭਾਅ ਹੋ ਜੇ, ਉਹਦੇ ਗੁਣਾ ਵਰਗਾ ਤੇਰਾ ਸੁਭਾਅ ਹੋ ਜੇ।
ਰਾਮ ਰਾਮ ਨਾਮ ਰਸ ਪੀਓ, ਇਹ ਨਾਮ ਹੀ ਸਾਰੇ ਸੁੱਖਾਂ ਦਾ ਖਜ਼ਾਨਾ। ਸਾਧ ਸੰਗਤ, ਰਾਮ ਰਸ ਪੀਆ ਰੇ, ਜਿਹੇ ਰਸ ਬਿਸਰ ਗਏ ਰਸ ਔਰ। ਜਦੋਂ ਵਾਹਿਗੁਰੂ ਦੇ ਨਾਮ ਦਾ ਰਸ ਪੀਵੇਂਗਾ ਨਾ, ਫਿਰ ਬਾਕੀ ਸਾਰੇ ਰਸ ਭੁੱਲ ਜਾਣਗੇ। ਉਹ ਰਸ ਕਿਹੜੇ ਆ? ਸਤ ਸੰਗਤ, ਰਸਾਂ ਦੇ ਵਿੱਚ ਜਦੋਂ ਗੱਲ ਚੱਲਦੀ ਹੈ ਨਾ, ਆਹ ਰਸ ਤਾਂ ਹੈ ਹੀ ਇਹ ਜਿਹੜੇ ਸ਼ਰਾਬ ਹੋ ਗਈ, ਹੋਰ ਦੁਨਿਆਵੀ ਜਿਹੜੇ ਰਸ ਹੋ ਗਏ, ਇਹ ਰਸ ਤਾਂ ਹੈ ਹੀ ਹੈ ਨੇ। ਇਹਨਾਂ ਤੋਂ ਇਲਾਵਾ ਹੋਰ ਵੀ ਰਸ ਨੇ। ਸਤਿਗੁਰੂ ਕਹਿੰਦੇ ਹਰ ਰਸ ਛੋੜ, ਹੋਛੈ ਰਸ ਮਾਤਾ, ਘਰ ਮੈਂ ਵਸਤ ਬਾਹਰ ਉੱਠ ਜਾਤਾ। ਉਹ ਕਿਹੜੇ ਕਿਹੜੇ ਆ? ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਇਹ ਵੀ ਰਸ ਨੇ। ਇਹਨਾਂ ਦੇ ਵਿੱਚ ਤੂੰ ਖਚਤ ਹੋ ਜਾਣਾ, ਤੇਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਸਤਿਗੁਰ ਕਹਿੰਦੇ ਜਦੋਂ ਤੈਨੂੰ ਪਦਵੀ ਮਿਲ ਜੇ, ਉੱਚੀ ਪਦਵੀ ਮਿਲ ਜੇ, ਜ਼ਿੰਦਗੀ 'ਚ ਤੂੰ ਸਫਲ ਹੋ, ਉੱਚੀ ਪਦਵੀ ਮਿਲ ਜੇ, ਤਾਂ ਵੀ ਨਿਮਰਤਾ ਰੱਖੀ, ਹੰਕਾਰ ਨਾ ਕਰੀ। ਜੇ ਹੰਕਾਰ ਕਰੇਗਾ ਤੂੰ ਫਿਰ ਡੋਲ ਗਿਆ ਜ਼ਿੰਦਗੀ ਦੇ ਵਿੱਚ। ਹੰਕਾਰ ਨਾ ਕਰੀ, ਉੱਥੇ ਵੀ ਨਿਮਰਤਾ ਰੱਖੀ। ਇੱਕ ਇਤਿਹਾਸ ਦਾ ਪੰਨਾ ਬੜਾ ਪਿਆਰਾ ਹੈ, ਉਹ ਲਾ ਕੇ ਸਮਾਪਤੀ ਵੱਲ ਆਈਏ। ਇੱਕ ਦਿਨ ਲੰਗਰ ਦੇ ਵਿੱਚ ਇੱਕ ਮਾਤਾ ਦਾਲ ਵਰਤਾ ਰਹੀ ਹੈ, ਦਾਲ ਵਰਤਾ ਰਹੀ, ਲੰਗਰ ਵਰਤਾ ਰਹੀ, ਦਾਲ ਵਰਤਾ ਰਹੀ। ਜਦੋਂ ਦਾਲ ਵਰਤਾਈ, ਇੱਕ ਸਿੱਖ ਨੇ ਦਾਲ ਪਾਈ ਭਾਂਡੇ 'ਚ, ਉਹਨੇ ਜਦੋਂ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ, ਉਹਨੇ ਕਿਹਾ ਮਾਤਾ ਦਾਲ ਵਧੀਆ ਨਹੀਂ ਬਣੀ। ਮਾਤਾ ਕਹਿੰਦੀ ਛਕ ਲੈ ਆਰਾਮ ਨਾਲ। ਦੂਜੀ ਵਾਰੀ ਫੇਰ ਕਹਿੰਦਾ ਮਾਤਾ ਦਾਲ ਵਧੀਆ ਨਹੀਂ ਬਣੀ। ਉਹ ਮਾਤਾ ਜੀ ਨੂੰ ਗੁੱਸਾ ਚੜ ਗਿਆ। ਮਾਤਾ ਜੀ ਕਹਿੰਦੀ ਵੀ ਮੇਰੇ ਸਿਰ 'ਚ ਪਾ ਦੇ, ਗੁੱਸੇ 'ਚ ਮੇਰੇ ਸਿਰ 'ਚ ਪਾ ਦੇ। ਗੁੱਸਾ ਆ ਗਿਆ ਨਾ ਇੱਕਦਮ। ਚੇਤਾ ਰੱਖਿਓ, ਇਹੀ ਤਰੀਕਾ ਹੁੰਦਾ ਹੈ। ਅਸੀਂ ਬੜੀ ਛੇਤੀ ਦੂਸਰੇ ਬੰਦੇ ਦੀ ਕਈ ਵਾਰੀ ਗੱਲ ਨੂੰ ਸੁਣ ਕੇ ਬੜੀ ਛੇਤੀ ਗੁੱਸੇ 'ਚ ਆ ਜਾਂਦੇ ਆ। ਤੇ ਮਾਤਾ ਜੀ ਕਹਿੰਦੇ ਦਾਲ ਮੇਰੇ ਸਿਰ 'ਚ ਪਾ ਦੋ। ਉਹਨੇ ਕੀ ਕੀਤਾ ਜੀ, ਉਹ ਸਿੱਖ ਨੇ ਦਾਲ ਸਿਰ ਵਿੱਚ ਪਾ ਦਿੱਤੀ। ਹੁਣ ਮਾਤਾ ਜੀ ਨੂੰ ਗੁੱਸਾ ਹੋਰ ਚੜ ਗਿਆ, ਗੱਲ ਵੱਧ ਗਈ। ਇਹ ਗੱਲ ਗਈ ਮਹਾਰਾਜਾ ਆਲਾ ਸਿੰਘ ਕੋਲ। ਮਹਾਰਾਜਾ ਆਲਾ ਸਿੰਘ ਕੋਲ ਜਦੋਂ ਗੱਲ ਜਾਂਦੀ ਹੈ, ਹੁਣ ਉਹ ਮਹਾਰਾਜਾ ਆਲਾ ਸਿੰਘ ਦੀ ਧਰਮ ਸੁਪਤਨੀ ਹੈ, ਜਿੰਦਾ ਨਾਂ ਹੈ ਮਾਤਾ ਫਤਿਹ ਕੌਰ। ਧਰਮ ਸੁਪਤਨੀ ਮਹਾਰਾਜਾ ਆਲਾ ਸਿੰਘ ਦੀ। ਮਹਾਰਾਜਾ ਆਲਾ ਸਿੰਘ ਪੁੱਛਦੇ ਆ ਵੀ ਗੱਲ ਕੀ ਹੋਈ, ਕਿੱਥੋਂ ਸ਼ੁਰੂ ਹੋਈ? ਕਹਿੰਦੇ ਮੈਂ ਦਾਲ ਵਰਤਾ ਰਹੀ ਸਾਂ, ਇਹਨੇ ਕਿਹਾ ਦਾਲ ਵਧੀਆ ਨਹੀਂ ਬਣੀ ਸਿੱਖ ਨੇ, ਮੈਨੂੰ ਗੁੱਸਾ ਆ ਗਿਆ, ਮੈਂ ਕਿਹਾ ਮੇਰੇ ਸਿਰ 'ਚ ਪਾ ਦੇ। ਮਹਾਰਾਜਾ ਆਲਾ ਸਿੰਘ ਕਹਿੰਦੇ ਫਿਰ ਭਗਵਾਨ ਨੇ ਗੁੱਸਾ ਕਿਉਂ ਕਰਦੀ, ਜੋ ਤੂੰ ਮੰਗਿਆ ਤੈਨੂੰ ਮਿਲ ਗਿਆ। ਮਹਾਰਾਜਾ ਕਹਿੰਦੇ ਇਹਨਾਂ ਦਾ ਗੁੱਸਾ ਨਾ ਕਰ, ਇਹ ਉਹ ਕੌਮ ਏ ਜਿਨ੍ਹਾਂ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਾਨੂੰ ਅੱਜ ਤਖਤ ਦੇ ਉੱਤੇ ਬਿਠਾਇਆ। ਇਹ ਉਹ ਕੌਮ ਏ ਜਿਨ੍ਹਾਂ ਨੇ ਤੈਨੂੰ ਦੱਬਦੀ ਨੂੰ ਘਰਦਿਆਂ ਨੇ ਰੇਤਾ 'ਚ ਦੱਬ ਦਿੱਤਾ ਸੀ, ਇਹਨਾਂ ਨੇ ਆ ਕੇ ਬਾਹਰ ਕੱਢਿਆ, ਤੈਨੂੰ ਜ਼ਿੰਦਗੀ ਦਿੱਤੀ ਤੇ ਤੈਨੂੰ ਇੱਥੋਂ ਤੱਕ ਪਹੁੰਚਾਇਆ। ਇਹ ਉਹ ਕੌਮ ਹੈ ਜਿਨ੍ਹਾਂ ਨੇ ਤੈਨੂੰ ਫਤੋ ਤੋਂ ਅੰਮ੍ਰਿਤ ਛਕਾ ਕੇ ਫਤਿਹ ਕੌਰ ਦਾ ਖਿਤਾਬ ਦਿੱਤਾ। ਅੱਜ ਤੂੰ ਮਹਾਰਾਣੀ ਏ। ਤੇ ਇਸ ਪਦਵੀ ਤੇ ਪਹੁੰਚ ਕੇ ਜਬਰ ਕਰਨਾ, ਸਹਿਣਸ਼ੀਲਤਾ, ਸਬਰ ਕਰਨਾ, ਇਹ ਸਾਰਾ ਕੁਝ ਹਿਰਦੇ ਦੇ ਵਿੱਚ ਹੋਣਾ ਚਾਹੀਦਾ ਹੈ। ਤੇ ਨਿਮਰਤਾ ਦੇਖੋ, ਡੋਲੇ ਨਹੀਂ। ਇਹ ਆ ਰਾਜੇ ਚੁਲੀ ਨਿਆਮ ਕੀ, ਵਾਹਿਗੁਰੂ ਦਾ ਜਿੰਨਾ ਉੱਤੇ ਆਸਰਾ ਹੈ। ਉਹ ਸਿੱਖ ਨੂੰ ਕਹਿਣ ਲੱਗੇ ਮਹਾਰਾਜਾ ਆਲਾ ਸਿੰਘ, ਸਿੱਖਾ ਗੁੱਸਾ ਨਾ ਕਰੀ, ਸਾਡੇ ਕੋਲੋਂ ਗਲਤੀ ਹੋ ਗਈ। ਅਤੇ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਘਰ ਆਉਣਾ ਛੱਡ ਦੇ, ਲੰਗਰ ਛਕਣਾ ਛੱਡ ਦੇ। ਰੋਜ਼ਾਨਾ ਗੁਰੂ ਘਰੇ ਆਇਆ ਕਰ, ਰੋਜ਼ਾਨਾ ਲੰਗਰ ਛਕਿਆ ਕਰ, ਤੇ ਇੱਕ ਅਰਦਾਸ ਗੁਰੂ ਅੱਗੇ ਇਹ ਕਰਿਆ ਕਰ, ਸੱਚੇ ਪਾਤਸ਼ਾਹ ਸਾਨੂੰ ਸੇਵਾ ਕਰਨ ਦੀ ਸੁਮੱਤ ਬਖਸ਼ਿਸ਼ ਕਰਨ। ਕਾਸ਼ ਕਿਤੇ ਸਾਡਾ ਜੀਵਨ ਏਦਾਂ ਦਾ ਹੋ ਜਾਵੇ, ਕਾਸ਼ ਕਿਤੇ ਅਸੀਂ ਵੀ ਇਸ ਨਾਮ ਰਸ ਨੂੰ ਪੀਏ, ਸਰਬ ਸੁੱਖਾਂ ਦੇ ਨਾਮ ਰਸ ਨੂੰ। ਤੇ ਜਿਹੜਾ ਸਾਡੇ ਵਿੱਚ ਹਉਮੈ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਇੱਥੇ ਆਦਿਕ ਅਵਗਣ ਆ ਜਾਂਦੇ ਨੇ, ਸੱਚੇ ਪਾਤਸ਼ਾਹ ਤੇਰੇ ਅੱਗੇ ਅਰਦਾਸ ਬੇਨਤੀ ਹੈ, ਤੂੰ ਕਿਰਪਾ ਕਰ। ਅਰਦਾਸ ਬੇਨਤੀ, ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਕਿਰਪਾ ਕਰਕੇ ਬਖਸ਼ ਲੈ, ਹਮ ਪਾਪੀ ਵੱਡ ਗੁਨਾਹਗਾਰ। ਅਸੀਂ ਪਾਪੀਆਂ, ਬਖਸ਼ ਲੋ। ਵਾਹਿਗੁਰੂ ਦਾ ਨਾਮ ਰਸ ਪੀਏ ਤੇ ਆਪਣੇ ਮਨ ਨੂੰ ਹੌਲੀ ਹੌਲੀ ਕਿਰਪਾ ਕਰੇ ਸਤਿਗੁਰੂ, ਅਸੀਂ ਡੋਲਣ ਨਾ ਦਈਏ, ਗੁਰੂ ਦੇ ਰਸਤੇ ਤੇ ਤੁਰੀਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਇੱਕ ਬਾਣੀ ਚੈਨਲ ਦੇ ਸਾਰੇ ਵੀਰਾਂ ਦਾ, ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।